ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ। ਗੱਲਬਾਤ ਜਿਹੜੀ ਆ ਉਹ ਕਾਂਗਰਸ ਦੇ ਬਾਰੇ ਕਰਾਂਗੇ। ਕੱਲ ਜਿਮਨੀ ਚੋਣ ਤਾਂ ਜਿਹੜੀ ਉਹ ਖਤਮ ਹੋ ਚੁੱਕੀ ਹੈ। ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਜਿਮਨੀ ਚੋਣ ਤੋਂ ਬਾਅਦ ਜਿਹੜੀ ਵਿਜੀਲੈਂਸ ਤੇ ਮਾਨ ਸਰਕਾਰ ਦੀ ਸਾਬਕਾ ਮੰਤਰੀਆਂ ਦੇ ਖਿਲਾਫ ਜਿਹੜੀ ਹੈ ਉਹ ਜਾਂਚ ਹੋਰ ਤੇਜ਼ੀ ਦੇ ਨਾਲ ਅੱਗੇ ਵਧੂਗੀ। ਤਾਂ ਅੱਜ 24 ਜੂਨ ਹੈ, ਕੱਲ ਜਿਮਨੀ ਚੋਣ ਜਿਹੜੀ ਖਤਮ ਹੋ ਚੁੱਕੀ ਹੈ। ਤਾਂ ਉਧਰ ਪਤਾ ਲੱਗਿਆ ਕਿ ਧਰਮਸੋਤ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ। ਉਹਨਾਂ ਨੇ ਕਹਿ ਦਿੱਤਾ ਹੈ ਕਿ ਉੱਪਰ ਤੱਕ ਜਿਹੜੀ ਮਾਇਆ ਪਹੁੰਚਦੀ ਸੀ ਰਿਸ਼ਵਤ ਦੀ, ਕਿਹਦੇ ਕਿਹਦੇ ਕੋਲ ਪਹੁੰਚਦੀ ਸੀ, ਹੁਣ ਕਿਹੜੇ ਕਿਹੜੇ ਮੰਤਰੀ ਇਹਦੇ ਵਿੱਚ ਫਸ ਰਹੇ ਨੇ, ਉਹਨਾਂ ਦੀ ਜਿਹੜੀ ਆ ਉਹ ਗੱਲਬਾਤ ਕਰਾਂਗੇ। ਤਾਂ ਉਧਰ ਰਾਜਾ ਵੜਿੰਗ ਵੀ ਬੁਰੇ ਤਰੀਕੇ ਦੇ ਨਾਲ ਮਾਨ ਸਰਕਾਰ ਅਤੇ ਵਿਜੀਲੈਂਸ ਦੇ ਕੋਲ ਫਸ ਗਏ ਨੇ ਕਿ ਉਹਨਾਂ ਨੂੰ ਵੀ ਹੁਣ ਜੇਲ੍ਹ ਜਾਣਾ ਪਊਗਾ। ਕੀ ਕੁਝ ਗੱਲਬਾਤ ਹੈ ਉਸ ਤੇ ਤੁਹਾਨੂੰ ਜਾਣੂ ਕਰਵਾਵਾਂਗੇ। ਤਾਂ ਉਧਰ ਜਿਹੜੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਸੀ, ਉਹਨਾਂ ਨੇ ਵੀ ਇੱਕ ਵੱਡੇ ਘੁਟਾਲੇ ਦੇ ਸਬੰਧ ਦੇ ਵਿੱਚ ਜਿਹੜੀ ਇੱਕ ਚਿੱਠੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਲਿਖ ਦਿੱਤੀ ਸੀ। ਤਾਂ ਉਧਰ ਜਿੱਥੇ ਮਾਨ ਸਰਕਾਰ ਜਿਹੜੀ ਹੈ ਤੇ ਵਿਜੀਲੈਂਸ ਟੀਮ ਜਿਹੜੀ ਹੈ ਉਹ ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਖਿਲਾਫ ਉੱਠੀ ਹੋਈ ਹੈ, ਉਹਨਾਂ ਦੇ ਖਿਲਾਫ ਕਾਰਵਾਈ ਲਗਾਤਾਰ ਕਰ ਰਹੀ ਹੈ। ਤਾਂ ਹੁਣ ਈਡੀ ਵੀ ਜਿਹੜੀ ਹੈ ਉਹ ਲਗਾਤਾਰ ਇਹਨਾਂ ਦੇ ਜਿਹੜੇ ਉਹ ਖਿਲਾਫ ਮਾਮਲੇ ਜਾਂ ਮੋਰਚੇ ਜਿਹੜੀ ਖੋਲ ਬੈਠੀ ਹੈ। ਤੇ ਹੁਣ ਨਾਭਾ ਦੀ ਚਿੱਠੀ ਦੇ ਉੱਪਰ ਈਡੀ ਨੇ ਮੋਰਚਾ ਖੋਲ ਦਿੱਤਾ ਹੈ। ਕਿਹਦੇ ਖਿਲਾਫ ਜਿਹੜੀ ਕਾਰਵਾਈ ਹੋਣ ਜਾ ਰਹੀ ਹੈ, ਸਭ ਤੋਂ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਆਪਣੇ ਦਰਸ਼ਕਾਂ ਦੇ ਕੋਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਜਿਹੜੇ ਆ ਉਹ ਮੰਤਰੀ, ਕਾਂਗਰਸ ਦੇ ਸਾਬਕਾ ਮੰਤਰੀ ਕਿਵੇਂ ਫਸਦੇ ਜਾ ਰਹੇ ਆ, ਕਿਹੜੇ ਕਿਹੜੇ ਮੰਤਰੀਆਂ ਦੇ ਹੁਣ ਨਾਮ ਗੂੰਜ ਰਹੇ ਨੇ, ਕਿ ਪੂਰੀ ਦੀ ਪੂਰੀ ਕੈਬਨਿਟ ਨਿਸ਼ਾਨੇ ਤੇ ਆ। ਇਸ ਦੇ ਲੈ ਕੇ ਜਿਹੜੀ ਵਿਸਤਾਰਪੂਰਵਕ ਚਰਚਾ ਕਰਾਂਗੇ। ਤਾਂ ਉਧਰ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਔਰ ਕੈਬਨਿਟ ਦੀ ਮੀਟਿੰਗ ਵੀ ਹੈ। ਕਿਹੜੇ ਕਿਹੜੇ ਅਹਿਮ ਫੈਸਲੇ ਹੋ ਸਕਦੇ ਨੇ ਉਸ ਤੇ ਗੱਲਬਾਤ ਕਰਾਂਗੇ। ਨਾਲ ਹੀ ਨਾਲ ਗੱਲਬਾਤ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਤੇ ਕੈਪਟਨ ਨੂੰ ਵੱਡਾ ਤੋਹਫਾ ਕੇਂਦਰ ਦਾ, ਵੱਡੇ ਅਹੁਦੇ ਜਿਹੜੇ ਆ ਉਹ ਦਿੱਤੇ ਗਏ ਨੇ। ਕੀ ਕੁਝ ਕਿਹੜਾ ਅਹੁਦਾ ਦਿੱਤਾ ਗਿਆ ਉਸ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਸ਼ੁਰੂਆਤ ਜਿਹੜੀ ਹੈ ਉਹ ਆਪਾਂ ਧਰਮਸੋਤ ਵਾਲੀ ਖਬਰ ਤੋਂ ਕਰਦੇ ਹਾਂ। ਧਰਮਸੋਤ ਦੀ ਕਹਿੰਦੇ ਹੁਣ ਜਾਇਦਾਦ ਅਟੈਚ ਕਰਨ ਜਾ ਰਹੀ ਹੈ ਵਿਜੀਲੈਂਸ। ਆਪਾਂ ਉਦੋਂ ਆਪਣੇ ਦਰਸ਼ਕਾਂ ਤੱਕ ਖਬਰ ਪਹੁੰਚਾਈ ਸੀ ਕਿ ਧਰਮਸੋਤ ਦੇ ਘਰ ਦੇ ਵਿੱਚ ਫੀਤੇ ਮਾਰਨੇ ਵਿਜੀਲੈਂਸ ਨੇ ਸ਼ੁਰੂ ਕਰ ਦਿੱਤੇ ਆ। ਤਾਂ ਹੁਣ ਪਤਾ ਲੱਗਿਆ ਕਿ ਧਰਮਸੋਤ ਦਾ ਜਿਹੜੀ ਜਾਇਦਾਦ ਆ ਉਹ ਅਟੈਚ ਕਰਨ ਦੀ ਜਿਹੜੀ ਗੱਲ ਵਿਜੀਲੈਂਸ ਕਰ ਰਹੀ ਹੈ। ਔਰ ਨਾਲ ਹੀ ਨਾਲ ਕਹਿੰਦੇ ਕਿ 1000 ਕਰੋੜ ਰੁਪਈਆ ਕੇਂਦਰ ਦੇ ਵੱਲੋਂ ਬੂਟੇ ਲਾਉਣ ਦੇ ਲਈ ਆਇਆ ਸੀਗਾ ਤੇ ਉਹ ਬੂਟੇ ਜਾਂ ਦਰਖਤ ਜਿਹੜੇ ਉਹ ਕਹਿੰਦੇ ਲਾਏ ਨਹੀਂ ਗਏ, ਪੈਸਾ ਖੁਰਦ ਹੋਇਆ। ਤਾਂ ਉਧਰ ਕਹਿੰਦੇ ਧਰਮਸੋਤ ਵੀ ਇਹ ਗੱਲ ਮੰਨ ਗਏ ਆ ਕਿ ਵਾਕਈ ਜਿਹੜਾ ਇਹਦੇ ਵਿੱਚ ਘੁਟਾਲਾ ਹੋਇਆ ਤੇ ਪੈਸੇ ਜਿਹੜੇ ਉਹ ਲਏ ਆ ਬਦਲੀਆਂ ਕਰਨ ਦੇ ਤੇ ਦਰਖਤ ਦੀ ਕਟਾਈ ਕਰਨ ਦੇ, ਕਹਿੰਦੇ ਵਾਕਈ ਅਸੀਂ ਪੈਸੇ ਲਏ ਆ। ਤੇ ਕਹਿੰਦੇ ਪੈਸਾ ਜਿਹੜਾ ਉਹ ਸਿਰਫ ਮੇਰੇ ਕੋਲੇ ਨਹੀਂ, ਉਹ ਉੱਪਰ ਤੱਕ ਜਾਂਦਾ ਸੀ। ਅਣਖੀ ਸਾਹਿਬ, ਹੁਣ ਪਤਾ ਲੱਗਿਆ ਕਿ ਉੱਪਰਲਿਆਂ ਦੇ ਨਾਮ ਧਰਮਸੋਤ ਨੇ ਲੈ ਦਿੱਤੇ ਆ ਤੇ ਕਿਹਦੇ ਕਿਹਦੇ ਨਾਮ ਆ ਤੇ ਕਿਹੜੇ ਕਿਹੜੇ ਲੋਕ ਇਹਦੇ ਵਿੱਚ ਫਸਣ ਜਾ ਰਹੇ ਆ। ਸੁਖਵਿੰਦਰ ਜੀ, ਤੁਸੀਂ ਆਪਣੀ ਭੂਮਿਕਾ ਦੇ ਵਿੱਚ ਇੰਨੀ ਗੱਲ ਕਹੀ ਕਿ ਕਿਹੜੇ ਕਿਹੜੇ ਮੰਤਰੀ ਫਸ ਰਹੇ, ਤੁਸੀਂ ਇੰਨੀ ਗੱਲ ਕਿਹਾ ਕਰੋ ਹੁਣ ਜਦੋਂ ਵੀ ਪ੍ਰੋਗਰਾਮ ਕਰਦੇ ਗਏ ਕਿ ਕਿਹੜੇ ਕਿਹੜੇ ਮੰਤਰੀ ਫਸਣਗੇ ਨਹੀਂ, ਕਿਉਂਕਿ ਇਹ ਤਾਂ ਹੁਣ ਤਾਂ ਸਾਰਾ ਉੱਤੋਂ ਤੋਂ ਲੈ ਕੇ ਥੱਲੇ ਤੱਕ ਹੀ ਕੋਈ ਵੀ ਮੰਤਰੀ ਵੇਖ ਲਓ ਉਹੀ ਇਹ ਚੱਕਰ ਦੇ ਵਿੱਚ ਫਸਦਾ ਜਾਂ ਉਲਝਦਾ ਜਾ ਰਿਹਾ। ਸੋ ਤੁਸੀਂ ਜਦੋਂ ਗੱਲ ਕਰਦੇ ਹੁੰਦੇ ਤੁਸੀਂ ਮੁੱਖ ਮੰਤਰੀ ਤੋਂ ਸ਼ੁਰੂ ਕਰਿਆ ਕਰੋ ਤੇ ਅਖੀਰਲੇ ਰਾਜ ਮੰਤਰੀ ਤੱਕ ਲਿਆ ਕੇ ਪੁੱਛ ਲਿਆ ਕਰੋ ਕਿ ਤੁਸੀਂ ਦੱਸੋ ਕਿ ਇਹਨਾਂ ਦੇ ਵਿੱਚ ਕੋਈ ਬਚੂਗਾ ਜਾਂ ਨਹੀਂ ਬਚੂਗਾ। ਫਿਰ ਜਿਹੜੀ ਸਵਾਲ ਆ ਜਾਂ ਗੱਲਬਾਤ ਕਰਨ ਦਾ ਸਵਾਦ ਜਿਹੜਾ ਕੁਝ ਹੋਰ ਤਰੀਕੇ ਦਾ ਆ ਜਾਂਦਾ। ਖੈਰ, ਇਹ ਪ੍ਰਸ਼ਨ ਤੇ ਆਉਣਾ ਜੋ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ ਕਿ ਸਾਧੂ ਸਿੰਘ ਧਰਮਸੋਤ ਦੀ ਜਿਹੜੀ ਜਾਇਦਾਦ ਆ ਉਹ ਅਟੈਚ ਜਿਹੜੀ ਵਿਜੀਲੈਂਸ ਵੱਲੋਂ ਇਸ ਮੁਕੱਦਮੇ ਨਾਲ ਜਾਂ ਇਸ ਕੇਸ ਨਾਲ ਕਰ ਦਿੱਤੀ ਗਈ ਆ। ਕੁਦਰਤੀ ਤੌਰ ਤੇ ਜਦੋਂ ਵਿਜੀਲੈਂਸ ਫਿਰ ਜਾਂਚ ਕਰੇਗੀ ਕਿਸੇ ਵੀ ਮੁੱਦੇ ਦੇ ਉੱਤੇ, ਕਿਸੇ ਵੀ ਕੇਸ ਦੀ, ਤਾਂ ਉਹਨਾਂ ਨੇ ਇਹ ਵੀ ਵੇਖਣਾ ਕਿ ਇਸ ਵਿਅਕਤੀ ਦੇ ਜਿਹੜੇ ਵਿੱਤੀ ਸੋਰਸ ਕਿਹੜੇ ਸਨ, ਵਿੱਤੀ ਵਸੀਲੇ ਕਿਹੜੇ ਸਨ, ਤਾਂ ਕਿੰਨੇ ਸਨ। ਤਾਂ ਉਹਨਾਂ ਵਿੱਤੀ ਵਸੀਲਿਆਂ ਤੋਂ ਬਾਹਰ ਜਾ ਕੇ ਇਹਨੇ ਕਿਸ ਹੱਦ ਤੱਕ ਕਿੰਨੀ ਜਾਇਦਾਦ ਜਿਹੜੀ ਬਣਾਈ ਆ, ਤਾਂ ਉਹ ਜਾਇਦਾਦ ਵੀ 2 ਨੰਬਰ ਦੇ ਵਿੱਚ ਹੀ ਬਣੀ ਹੈ। ਤਾਂ ਫਿਰ ਉਸ ਕਰਕੇ ਉਹ ਜਿਹੜੀਆਂ ਜਾਇਦਾਦਾਂ ਨੇ ਉਸ ਵਿਅਕਤੀ ਦੀਆਂ ਵਿੱਤ ਤੋਂ ਜ਼ਿਆਦਾ ਵਸੀਲਿਆਂ ਤੋਂ ਵੱਧ ਜਿਹੜਾ ਉਹਨੇ ਬਣਾਇਆ ਹੁੰਦਾ ਉਹ ਸਾਰਾ ਫਿਰ ਕੁਝ ਅਟੈਚ ਜਿਹੜਾ ਕਰ ਲਿਆ ਜਾਂਦਾ। ਸੋ ਇਸ ਕਰਕੇ ਇਹ ਇਕਲਾ ਅਸੀਂ ਕਹਿ ਸਕਦੇ ਕਿ ਧਰਮਸੋਤ ਵਾਸਤੇ ਇੱਕ ਹੋਰ ਮੁਸ਼ਕਲ 'ਚ ਉਹਦਾ ਵਾਧਾ ਜਿਹੜਾ ਹੋਇਆ।
ਪਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਉਹ ਮੰਨਿਆ ਕਿ ਇੰਨੇ ਕਰੋੜ ਦੀ ਰਾਸ਼ੀ ਜਿਹੜੀ ਆਈ, ਰੁੱਖ ਜਿਹੜੇ ਪਤਾ ਨਹੀਂ ਕਿੱਥੇ ਲਾਏ ਕਿੱਥੇ ਨਹੀਂ ਲਾਏ, ਪਰ ਉਹ ਮਾਲ ਮਤਾ ਉੱਪਰ ਤੱਕ ਪਹੁੰਚਦਾ ਰਿਹਾ। ਦੂਜੇ ਪਾਸੇ DFSO ਦੀ ਜਿਹੜੀ ਨਿਯੁਕਤੀ ਆ ਉਹ 10 ਲੱਖ ਤੋਂ ਲੈ ਕੇ 20 ਲੱਖ ਤੱਕ ਨਿਯੁਕਤੀ ਜਿਹੜੀ ਦਾ ਰੇਟ ਸੀ ਉਹ ਜਿਹੜਾ ਉਹ ਚੱਲਦਾ ਰਿਹਾ। ਉਹ ਵੀ ਪੈਸੇ ਜਿਹੜੇ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਜਾਂਦੇ, ਥੱਲੇ ਤੋਂ ਲੈ ਕੇ ਉੱਪਰ ਤੱਕ ਜਾਂਦੇ ਨੇ। ਰੁੱਖ ਕਿੱਥੇ ਲਾਏ ਕਿੰਨੇ ਲਾਏ ਇਹਦਾ ਕੋਈ ਹਿਸਾਬ ਨਹੀਂ। 500 ਰੁਪਇਆ ਜਿਹੜਾ ਪ੍ਰਤੀ ਦਰਖਤ ਦੀ ਕਟਾਈ ਜਾਂ ਉਗਾਈ ਦਾ ਜਿਹੜਾ ਹਿਸਾਬ ਸੀ ਉਹ ਵੀ ਕਹਿੰਦੇ ਵਸੂਲ ਕਰ ਲਿਆ ਜਾਂਦਾ ਸੀ, ਤਾਂ ਪਰ ਉਹ ਵੀ ਰਕਮ ਜਿਹੜੀ ਆ ਉੱਪਰ ਤੱਕ ਵੰਡ ਲਈ ਜਾਂਦੀ, ਸ਼ਖਸ਼ਕਾ ਲਈ ਜਾਂਦੀ ਸੀ। ਤਾਂ ਉਹ ਜਿਹੜਾ 100 ਕਰੋੜ ਰੁਪਇਆ ਜਿਹੜਾ ਕਹਿੰਦੇ ਆਇਆ ਦਰਖਤ ਲਾਉਣ ਵਾਸਤੇ, ਉਹਦਾ ਅੱਜ ਤੱਕ ਕੋਈ ਪਤਾ ਹੀ ਨਹੀਂ। ਤੇ ਇਸ ਗੱਲ ਨੂੰ ਬਿਲਕੁਲ ਧਰਮਸੋਤ ਹੁਣੀ ਮੰਨ ਗਏ ਆ ਕਿ ਇਹ ਮਾਇਆ ਸਿਰਫ ਉਹੀ ਸ਼ਖਸ ਦੇ ਛਕਾਉਂਦੇ ਨਹੀਂ ਦੇ, ਉੱਪਰ ਤੱਕ ਜਾਂਦੇ ਰਹੇ ਆ। ਹੁਣ ਸੁਖਵਿੰਦਰ ਜੀ ਗੱਲ ਉੱਪਰ ਤੱਕ ਜਾਣ ਦੀ, ਕੱਲ ਸ਼ਾਮ ਦੇ ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਨਹੀਂ ਸੀ, ਅਸੀਂ ਉਹਦੇ 'ਚ ਵੀ ਇੱਕ ਚਰਚਾ ਕੀਤੀ ਸੀ ਕਿ ਉਹ ਵੀ ਖੇਤੀਬਾੜੀ ਜਦੋਂ ਉਹ 11.78 ਕਰੋੜ ਜਿਹੜਾ 1178 ਕਰੋੜ ਰੁਪਇਆ ਜਿਹੜਾ ਆਇਆ, ਤਾਂ ਉਹਦੇ ਵਿੱਚ ਵੀ ਕਹਿੰਦੇ ਕਿ ਜਦੋਂ ਮੰਤਰੀ ਨੇ ਪੁੱਛਿਆ ਕਿ ਇਹ ਪੈਸਾ ਆਇਆ ਕਿੱਥੋਂ ਆਇਆ, ਤੇ ਈਵਨ ਕਿ ਮੰਤਰੀ ਦਾ ਜਿਹੜਾ ਸੈਕਟਰੀ ਸੀ ਉਹਨੇ ਵੀ ਉਸ ਨੂੰ ਜਵਾਬ ਦੇਣਾ ਨਹੀਂ ਸਮਝਿਆ। ਭਾਵ ਉਹਨੂੰ ਵੀ ਕਿਸੇ ਉੱਪਰ ਕਿਸੇ ਸ਼ਕਤੀਸ਼ਾਲੀ ਅਧਿਕਾਰੀ ਜਾਂ ਮੰਤਰੀ ਜਾਂ ਕਿਸੇ ਵਿਅਕਤੀ ਦਾ ਜਿਹੜਾ ਆਸ਼ੀਰਵਾਦ ਪ੍ਰਾਪਤ ਸੀ ਉਸ ਸੈਕਟਰੀ ਨੂੰ, ਜਿਹੜਾ ਸੈਕਟਰੀ ਨੇ ਆਪਣੇ ਮੰਤਰੀ ਨੂੰ ਜਵਾਬ ਨਹੀਂ ਦਿੱਤਾ। ਉਹੋ ਜਿਹੇ ਹਾਲਾਤ ਜਿਹੜੇ ਹੁਣ ਧਰਮਸੋਤ ਹੁਣੀ ਬਿਆਨ ਕਰ ਰਹੇ ਕਿ ਮਾਲ ਉੱਪਰ ਦੇ ਹਿੱਸੇ ਤੱਕ ਜਾਂਦਾ ਸੀ। ਹੁਣ ਉੱਪਰ ਜਿਹੜਾ ਸਿਖਰ ਦਾ ਨੇਤਾ ਉਹ ਇੱਕੋ ਹੀ ਨੇਤਾ ਬਣਦਾ ਜਿਹੜਾ ਉਸ ਸਮੇਂ ਦਾ ਹੋਵੇਗਾ। ਜੇ ਮਾਲ ਮਤਾ ਉੱਪਰ ਤੱਕ ਜਾਂਦਾ ਰਿਹਾ ਤਾਂ ਫਿਰ ਸੁਖਵਿੰਦਰ ਜੀ ਕਾਰਵਾਈ ਤਾਂ ਫਿਰ ਉਹਦੇ ਖਿਲਾਫ ਵੀ ਹੋਣੀ ਚਾਹੀਦੀ ਹੈ। ਹੁਣ ਜਿਸ ਤਰੀਕੇ ਨਾਲ ਸਾਧੂ ਸਿੰਘ ਧਰਮਸੋਤ ਹੁਣੀ ਮੰਨ ਗਏ, ਉਹੀ ਪਤਾ ਲੱਗ ਰਿਹਾ ਨਾ, ਕਹਿੰਦੇ ਕਿ ਧਰਮਸੋਤ ਨੇ ਜਿਹੜਾ ਨਾਮ ਲਿਆ ਤੇ ਔਰ ਧਰਮਸੋਤ ਦੇ ਨਾਮ ਲੈਣ ਤੋਂ ਬਾਅਦ ਉਹਨਾਂ ਸਿਆਸਤਦਾਨਾਂ ਨੂੰ ਬੁਲਾਉਣ ਦੀ ਤਿਆਰੀ ਦੇ ਵਿੱਚ ਆ ਵਿਜੀਲੈਂਸ। ਜੀ ਬਿਲਕੁਲ ਬਿਲਕੁਲ, ਮੈਂ ਉਹੀ ਕਹਿ ਰਿਹਾ ਨਹੀਂ, ਪਰ ਇੱਕ ਸਿਖਰ ਦਾ ਨੇਤਾ ਜਿਹੜਾ ਸਿਖਰ ਦਾ ਨੇਤਾ ਹੋਊਗਾ, ਮਾਲ ਮਤਾ ਕੇਵਲ ਇੰਨੀ ਮੰਤਰੀ ਜਿਹੜਾ ਇਹ ਇੰਨੀ ਜ਼ਰੂਰਤ ਆਪਣੇ ਬੌਸ ਤੋਂ ਬਿਨਾ ਕੋਈ ਥੋੜਾ ਇਹਨਾਂ ਗੱਫਾ ਜਿਹੜਾ ਛੱਡ ਸਕਦਾ, ਹਿੱਸਾ ਤਾਂ ਉੱਤੇ ਤੱਕ ਵੀ ਜਾਂਦਾ ਹੋਵੇਗਾ। ਖੈਰ ਇਹ ਹੁਣ ਸਮਾਂ ਦੱਸੇਗਾ। ਮੰਨ ਹੀ ਗਏ ਆ ਕਿ ਵਾਕਈ ਹੀ ਜਿਹੜਾ ਹਿੱਸਾ ਉੱਪਰ ਤੱਕ ਜਿਹੜਾ ਉਹ ਜਾਂਦਾ ਸੀਗਾ, ਔਰ ਉਹਨਾਂ ਨੇ ਕਹਿੰਦੇ ਨਾਮ ਵੀ ਲੈ ਲਿਆ ਔਰ ਉਹਨਾਂ ਨੂੰ ਬੁਲਾਉਣ ਦੀ ਤਿਆਰੀ ਚ ਆ ਵਿਜੀਲੈਂਸ। ਔਰ ਜੇਕਰ ਉਸ ਵਿਅਕਤੀ ਨੂੰ, ਜਿਸ ਵਿਅਕਤੀ ਦਾ ਨਾਮ ਲਿਆ, ਜੇ ਵਿਜੀਲੈਂਸ ਬੁਲਾਉਂਦੀ ਆ, ਫਿਰ ਤਾਂ ਸੁਖਵਿੰਦਰ ਕਈਆਂ ਨੂੰ ਬੁਲਾਉਣ ਦੀ ਤਿਆਰੀ ਜਾਣਕੀ ਸਾਹਿਬ, ਕੱਲਾ ਇੱਕ ਨਹੀਂ, ਕਈਆਂ ਨੂੰ ਬੁਲਾਉਣ ਦੀ ਤਿਆਰੀ ਚ, ਕਈਆਂ ਤੱਕ ਜਿਹੜੇ ਸਮਾਨ ਮੱਤਾ ਕਹਿੰਦੇ ਪਹੁੰਚਦਾ ਰਿਹਾ। ਤਾਂ ਫਿਰ ਤਾਂ ਸਿਆਸਤ ਦਾ ਉਹ ਰੂਪ, ਗੰਦਲਾ ਰੂਪ ਵੇਖਣ ਨੂੰ ਮਿਲੇਗਾ। ਅਗਲੇ ਦਿਨਾਂ 'ਚ ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹੀ ਫਿਲਮ ਵੇਖਣ ਨੂੰ ਮਿਲੇਗੀ। ਇਹ ਜਿਹੜੇ ਵੱਡੇ ਵੱਡੇ ਚਿਹਰੇ ਜਿਹੜੇ ਕਹਿੰਦੇ ਸੀ ਕਿ ਅਸੀਂ ਪੰਜਾਬ ਦੀ ਨੁਹਾਰ ਬਦਲ ਦੇਣੀ ਆ, ਪੰਜਾਬ ਦਾ ਵਿਕਾਸ ਕਰ ਦੇਣਾ, ਫਿਰ ਜਿਸ ਤਰੀਕੇ ਨਾਲ ਪੰਜਾਬ ਨੂੰ ਇਹਨਾਂ ਲੋਕਾਂ ਨੇ ਲੁੱਟਿਆ ਕੁੱਟਿਆ ਤੇ ਬਖਸ਼ਿਆ ਨਹੀਂ ਕਿਸੇ ਪੱਖ ਤੋਂ, ਇਹ ਚਿਹਰੇ ਫਿਰ ਨੰਗੇ ਹੋਣਗੇ। ਤੇ ਫਿਰ ਤੁਹਾਡੇ ਵਾਲੀ ਗੱਲ, ਕਾਂਗਰਸ ਪਾਰਟੀ ਚਾਹੇ ਅਕਾਲੀ ਦਲ ਪਾਰਟੀ ਕਿਸ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਵਿਚਰੂਗੀ, ਇਹਦੇ ਵਿੱਚ ਤਾਂ ਸੁਖਵਿੰਦਰ ਜੀ ਗੱਲ ਹੋਰ ਸਾਹਮਣੇ ਜਿਹੜੀ ਆ ਰਹੀ ਹੈ। ਐਸੇ ਹੁੰਦੇ ਆ, ਇਹ ਤੇ ਨਾਲ ਹੀ ਕਹਿ ਦਿੰਦੇ ਆ ਕਿ ਇੱਕ ਗੱਲ ਤਾਂ ਇਹਨਾਂ ਨੇ ਪੱਕਾ ਹੀ ਕੀਤਾ ਹੋਇਆ ਕਿ ਬਦਲੇ ਦੀ ਰਾਜਨੀਤੀ, ਪੋਲੀਟੀਕਲ ਵੈਂਡੈਟਾ, ਇਹ ਤਾਂ ਇੱਕ ਪੱਕਾ ਹੀ ਕੀਤਾ ਹੋਇਆ। ਸਾਡੇ ਜੁਝਾਰੂ ਵਰਕਰ ਨੂੰ, ਸਾਡੇ ਜੁਝਾਰੂ ਲੀਡਰ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ। ਪਰ ਹੁਣ ਅਣਖੀ ਸਾਹਿਬ ਇਹ ਜਿੰਨਾ ਮਰਜ਼ੀ ਰੌਲਾ ਰੱਪਾ ਪਾਈ ਜਾਣ, ਦੇਖੋ ਮੇਰੇ ਖਿਆਲ 'ਚ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ। ਹੁਣ ਤਾਂ ਇਹਨਾਂ ਦੀ ਸ਼ਖਸੀਅਤ ਇੰਨੀ ਕੁ ਖਰਾਬ ਹੋ ਚੁੱਕੀ ਹੈ, ਜੇ ਕੋਈ ਸਾਫ਼ ਸੁਥਰਾ ਬੰਦਾ ਵੀ ਰਾਜਨੀਤਿਕ ਫਸ ਜਾਵੇ ਤਾਂ ਲੋਕਾਂ ਨੇ ਤਾਂ ਵੀ ਵਿਸ਼ਵਾਸ ਨਹੀਂ ਕਰਨਾ ਕਿ ਭਾਈ ਇਹਨੇ ਕੁਝ ਕੀਤਾ ਨਹੀਂ ਹੋਣਾ। ਤੁਸੀਂ ਦੇਖ ਲਓ ਕਿ ਪਿਛਲੀ ਵਾਰ ਅਕਾਲੀਆਂ ਨੇ, ਬੇਸ਼ੱਕ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਸੀ, ਪਰ ਉਹਨੇ ਵਿਰੋਧ ਪ੍ਰਦਰਸ਼ਨ ਜਿਹੜੇ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਨਹੀਂ ਕੀਤੇ, ਜਿੰਨੇ ਜਿਹੜੀਆਂ ਅੱਡੀਆਂ ਚੱਕ ਰੌਲਾ ਪਾਇਆ ਅਕਾਲੀ ਦਲ ਨੇ। ਪਿਛਲੀ ਵਾਰ ਸੰਘ ਪਾੜ ਰੌਲਾ ਪਾਇਆ, ਵੱਖ-ਵੱਖ ਤਰ੍ਹਾਂ ਦਾ ਰੌਲਾ ਪਾਇਆ, ਪਰ ਜਿੰਨਾ ਮਰਜ਼ੀ ਰੌਲਾ ਪਾਇਆ ਲੋਕਾਂ ਨੇ ਵਿਸ਼ਵਾਸ ਹੀ ਨਹੀਂ ਕੀਤਾ। 15 ਨਾਲੋਂ ਘੱਟ ਕੇ 3 ਤੇ ਹੀ ਰਹਿ ਗਏ। ਮਾਝੇ, ਮਾਲਵੇ ਤੇ ਦੁਆਬੇ ਦੇ ਵਿੱਚੋਂ ਇੱਕ ਸੀਟ ਤੇ ਹੀ ਰਹਿ ਗਏ। ਯਾਨੀ ਕਿ ਲੋਕ ਹੁਣ ਇਹਨਾਂ ਦੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕਰਦੇ, ਜਿੰਨਾ ਮਰਜ਼ੀ ਇਹ ਜਿਹੜਾ ਪਿੱਟੀ ਜਾਣ। ਵੈਸੇ ਤੁਸੀਂ ਮੂੰਹ ਦੀ ਗੱਲ ਕੀਤੀ ਸੀ, ਮੂੰਹ ਤਾਂ ਇਹ ਉਹੀ ਲੈ ਜਾਂਦੇ ਆ। ਤੁਹਾਨੂੰ ਦੇਖ ਲਓ, ਤੁਹਾਡੇ ਸਾਹਮਣੇ ਹੀ ਆ ਜਿਮਨੀ ਚੋਣਾਂ ਦੇ ਵਿੱਚ ਕਿਵੇਂ ਫਿਰਦੇ ਸੀਗੇ, ਤੇ ਲਗਾਤਾਰ ਇਹੀ ਗੱਲਾਂ, ਪੋਲੀਟੀਕਲ ਵੈਂਡੈਟਾ। ਇਹ ਤਾਂ ਰੱਟ ਜਿਹੜੀ ਇਹਨਾਂ ਨੇ ਪੱਕੀ ਲਾਈ ਹੋਈ ਆ। ਮੈਨੂੰ ਲੱਗਦਾ ਕਿ ਹੁਣ ਪੋਲੀਟੀਕਲ ਵੈਂਡੈਟੇ ਵਾਲੇ ਬਿਆਨ ਦੇ ਨਾਲ ਵੀ ਗੱਲ ਨਹੀਂ ਬਣਨੀ। ਲੋਕਾਂ ਨੇ ਜਿਹੜਾ ਉਹ ਸੱਚ ਨਹੀਂ ਮੰਨਣਾ ਇਹਨਾਂ ਦੀਆਂ ਗੱਲਾਂ। ਬਿਲਕੁਲ ਜੀ, ਇੱਕ ਤਾਂ ਆਹ ਸ਼ਬਦ ਤੁਸੀਂ ਵੇਖਿਆ ਕਿ ਬਦਲਾ ਲਓ ਕਾਰਵਾਈ। ਇੱਕ ਹੋਰ ਇਹਨਾਂ ਜਿਹੜੇ ਵੀ ਨੇਤਾ ਨੇ ਉਹਨਾਂ ਦੇ ਮੂੰਹ ਤੇ ਇੱਕ ਹੋਰ ਬੜੀ ਗੱਲ ਚੜੀ ਆ
ਕਿ ਅਸੀਂ ਕਾਨੂੰਨ ਦੇ ਅਨੁਸਾਰ ਹਰ ਚੀਜ਼ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਜੋ ਵੀ ਕੰਮ ਕੀਤਾ ਹਾਂ, ਅਸੀਂ ਬਿਲਕੁਲ ਕਾਨੂੰਨ ਦੇ ਬਿਲਕੁਲ। ਅਨੁਸਾਰ ਕੀਤਾ, ਤਾਂ ਅਸੀਂ ਹਰ ਜਾਂਚ ਵਾਸਤੇ ਤਿਆਰ ਹਾਂ। ਇੰਨੀ ਗੱਲ ਕਹਿ ਕੇ ਨਾਲ ਹੀ ਹਾਈ ਕੋਰਟ ਨੂੰ ਭੱਜ ਜਾਂਦੇ ਆ ਕਿ ਮਹਾਰਾਜ ਸਾਨੂੰ ਬਚਾ ਲਓ, ਸਾਨੂੰ ਜ਼ਮਾਨਤ ਦੇ ਦਿਓ। ਜੇਕਰ ਤੁਸੀਂ ਹਰ ਜਾਂਚ ਕਰਨ ਵਾਸਤੇ ਤਿਆਰ ਜੇ ਤਾਂ ਫਿਰ ਤੁਹਾਨੂੰ ਹਾਈ ਕੋਰਟ ਜਾਣ ਦੀ ਕੀ ਲੋੜ ਆ? ਫਿਰ ਤੁਹਾਨੂੰ ਇਹੋ ਜਿਹੇ ਬਹਾਨੇ ਲੱਭਣ ਦੀ ਕੀ ਲੋੜ ਆ? ਮੈਂ ਸ਼ਾਇਦ ਇਹ ਪ੍ਰਸ਼ਨ ਤੁਸੀਂ ਮੈਨੂੰ ਕਰ ਲਾ, ਮੈਂ ਨਾਲ ਹੀ ਉਧਰ ਨੂੰ ਸਟੇਰਿੰਗ ਜਿਹੜਾ ਮੋੜ ਦੇਣਾ, ਜਿਹੜਾ ਸਟੇਰਿੰਗ ਤੇ ਜਿਹੜੀ ਸੀਟ ਤੇ ਰਾਜਾ ਵੜਿੰਗ ਹੁਣੀ ਬੈਠੇ ਆ, ਉਹਨਾਂ ਦਾ ਵੀ ਬਿਆਨ ਕੁਝ ਇਹੋ ਜਿਹੇ ਹੀ ਸਾਹਮਣੇ ਆ ਰਹੇ ਆ। ਜਿਸ ਤਰੀਕੇ ਦੀ ਖਬਰ ਦੀ ਚਰਚਾ ਜਿਹੜੀ ਤੁਸੀਂ ਰਾਜਾ ਵੜਿੰਗ ਦਾ ਵੀ ਐਂਟੀ ਸਾਹਿਬ ਥੋੜੇ ਘੁਟਾਲੇ ਬਾਰੇ ਜਾਣਕਾਰੀ ਜੀ ਦੇ ਦਈਏ, ਕਿਉਂਕਿ ਰਾਜਾ ਵੜਿੰਗ ਲਗਾਤਾਰ ਧੱਸਦੇ ਜਾ ਰਹੇ ਇਸ ਮਾਮਲੇ ਦੇ ਵਿੱਚ। ਪਹਿਲਾਂ ਸਿਰਫ ਰੌਲਾ ਜਿਹਾ ਹੀ ਪਿਆ ਸੀਗਾ ਕਿ ਬੱਸਾਂ ਦੀਆਂ ਜਿਹੜੀਆਂ ਬਾਡੀਆਂ ਨੂੰ ਲੈ ਕੇ ਰੌਲਾ। ਮੈਂ ਕਹਿੰਦਾ ਕਿ ਵਿਸਤਾਰ ਪੂਰਵਕ ਥੋੜਾ ਜਿਹਾ ਦੱਸਿਆ ਜਾਵੇ। ਇਹ ਤਾਂ ਉੱਪਰੋਂ ਹੋ ਗਿਆ ਨਾ ਬੱਸਾਂ ਦੀਆਂ ਬਾਡੀਆਂ ਦਾ ਰੌਲਾ, ਅਸਲ ਦੇ ਵਿੱਚ ਮਾਮਲਾ ਹੈ ਕੀ ਹੈ ਉਹ ਮਾੜਾ ਜਿਹਾ ਦੱਸੀਏ ਫਿਰ ਆਪਣੇ ਦਰਸ਼ਕਾਂ ਨੂੰ, ਫਿਰ ਆਪਾਂ ਰਾਜੇ ਵੜਿੰਗ ਦੇ ਦੁਆਲੇ ਹੀ ਹੁੰਦੇ ਆ ਜੀ। ਬੱਸਾਂ ਜਦੋਂ ਆਪਣੇ ਇੱਕ ਮਿੰਟ, ਆਪਾਂ ਰਾਜਾ ਵੜਿੰਗ ਦੀ ਵੀ ਗੱਲ ਬਾਅਦ ਚ ਕਰਦੇ ਹਾਂ। ਇੱਕ ਦਰਸ਼ਕਾਂ ਨੂੰ ਇੱਕ ਜਾਣਕਾਰੀ ਹੋਰ ਦੇ ਦਈਏ, ਇਹ ਪੰਜਾਬ ਦੇ 2 ਡਿਪਟੀ ਜਿਹੜੇ ਸਾਬਕਾ ਸੀਐਮ ਨੇ, ਉਹਨਾਂ ਵਿਰੁੱਧ ਵੀ ਕਹਿੰਦੇ ਨੇ ਜਾਂਚ ਜਿਹੜੀ ਆ ਸ਼ੁਰੂ ਹੋ ਗਈ ਆ, ਉਹਨਾਂ ਦੀਆਂ ਫਾਈਲਾਂ ਵੀ ਖੁੱਲ ਚੁੱਕੀਆਂ ਨੇ। ਇਹ ਵੀ ਇੱਕ ਲੇਟੈਸਟ ਜਾਣਕਾਰੀ ਹੈ। ਜਿਹੜੇ ਸਾਬਕਾ ਡਿਪਟੀ ਸੀਐਮ 2 ਪੰਜਾਬ ਦੇ ਨੇ, ਦੋਵਾਂ ਦੇ ਖਿਲਾਫ ਜਿਹੜੀ ਜਾਂਚ ਆ, ਕਹਿੰਦੇ ਉਹਨਾਂ ਦੇ ਖਿਲਾਫ ਵੀ ਵਿਜੀਲੈਂਸ, ਮੇਰੇ ਖਿਆਲ ਚ ਐਂਟੀ ਸਾਹਿਬ ਸਰਕਾਰ ਦੇ ਖਿਲਾਫ ਜਿਹੜੀਆਂ ਬਿਆਨਬਾਜ਼ੀਆਂ ਹੁਣ ਮਾੜੀਆਂ ਮੋਟੀਆਂ ਜਾਂ ਤਾਂ ਦਲਬੀਰ ਗੋਲਡੀ ਦੀਆਂ ਆਈਆਂ ਤੇ ਜਾਂ ਫਿਰ ਮਾੜੀਆਂ ਮੋਟੀਆਂ ਰਾਜੇ ਵੜਿੰਗ ਦੀਆਂ ਆਈਆਂ। ਰਾਜੇ ਵੜਿੰਗ ਨੇ ਬਿਆਨਬਾਜ਼ੀ ਕੀਤੀ ਤਾਂ ਉਹਨਾਂ ਦੇ ਖਿਲਾਫ ਜਾਂਚ ਜਿਹੜੀ ਚੱਲ ਹੀ ਰਹੀ ਹੈ। ਤੇ ਮੈਨੂੰ ਲੱਗਦਾ ਕਿ ਆਪਣੇ ਆਪ ਨੂੰ ਸੁਪਰ ਸੀਐਮ ਕਹਾਉਂਦੇ, ਆਪਣੇ ਆਪ ਨੂੰ ਕਾਂਗਰਸ ਦੇ ਸੀਨੀਅਰ ਲੀਡਰ ਕਹਾਉਂਦੇ, ਆਪਣੇ ਆਪ ਨੂੰ ਬੜੇ ਤਾਕਤਵਰ ਲੀਡਰ ਕਹਾਉਂਦੇ ਸੁਖਜਿੰਦਰ ਸਿੰਘ ਰੰਧਾਵਾ, ਜਿਹੜੇ ਉਹ ਤਾਂ ਚੁੱਪ ਹੀ ਕਰਕੇ, ਮੈਂ ਤਾਂ ਹੈਰਾਨ ਆ, ਉਹਨਾਂ ਦਾ ਕੋਈ ਬਿਆਨ ਹੀ ਨਹੀਂ ਆ ਰਿਹਾ। ਬਿਆਨ ਮੈਨੂੰ ਲੱਗਦਾ ਇਸੇ ਕਰਕੇ ਨਹੀਂ ਆ ਰਿਹਾ, ਸ਼ਾਇਦ ਉਹਨਾਂ ਨੂੰ ਆਇਆ ਕਿਤੇ ਹੋਰ ਨਾ ਮੈਂ ਭਗਵੰਤ ਮਾਨ ਦੀ ਦ੍ਰਿਸ਼ਟੀ ਜਿਹੜੀ ਆਪਦੇ ਵਾਲੇ ਪਾਸੇ ਨੂੰ ਕਰਵਾ ਲਵਾਂ, ਆਪਦੇ ਵਾਲੇ ਪਾਸੇ ਨੂੰ ਧਿਆਨ ਨਾ ਕਿਤੇ ਦਵਾ ਲਵਾਂ ਭਗਵੰਤ ਮਾਨ ਦਾ। ਬਿਲਕੁਲ ਜੀ, ਨਹੀਂ ਧਿਆਨ ਉਹਨਾਂ ਦਾ ਪੈ ਚੁੱਕਾ ਆ। ਜੇਲ੍ਹ ਮੰਤਰੀ ਹੁੰਦਿਆਂ ਬਹੁਤ ਕੁਝ ਏਦਾਂ ਦਾ ਜਿਹੜਾ ਉਹਨਾਂ ਨੇ ਕੀਤਾ ਕਰਾਇਆ। ਇਹ ਵੀ ਸਾਡੇ ਜਿਹੜੇ ਸੂਤਰ ਨੇ ਅੰਦਰ ਦੇ ਵਿਜੀਲੈਂਸ ਦੇ, ਉਹਨਾਂ ਨੇ ਜਾਣਕਾਰੀ ਦਿੱਤੀ ਆ ਕਿ ਦ੍ਰਿਸ਼ਟੀ ਜਿਹੜੀ ਆ ਕਹਿਰਵਾਨ ਜਿਹੜੀ ਆ ਭਗਵੰਤ ਮਾਨ ਦੀ ਉਧਰ ਵੀ ਹੋ ਰਹੀ ਆ। ਹੁਣ ਵੇਖਾਂਗੇ ਆਉਂਦੇ ਸਮੇਂ 'ਚ ਕਦੋਂ ਤੱਕ ਉਹਨਾਂ ਦਾ ਵੀ ਸਕੰਜਾ ਜਿਹੜਾ ਉਧਰ ਵੀ ਜਿਹੜੀ ਤੋਪ ਜਿਹੜੀ ਆ ਭਗਵੰਤ ਮਾਨ ਦੀ ਕਦੋਂ ਚੱਲਦੀ ਹੈ। ਖੈਰ, ਰਾਜਾ ਵੜਿੰਗ ਦੀ ਆਪਾਂ ਗੱਲ ਕਰਦੇ ਹਾਂ। ਤਾਂ ਜਦੋਂ ਇਹ ਟਰਾਂਸਪੋਰਟ ਮੰਤਰੀ ਸਨ ਤਾਂ ਉਸ ਵਕਤ ਸੁਖਿੰਦਰ ਜੀ ਇਹਨਾਂ ਨੇ, ਆਪਾਂ ਪਹਿਲਾਂ ਵੀ ਅਸੀਂ ਇਸ ਰਾਜਾ ਵੜਿੰਗ ਦੀ ਇਸ ਬੱਸਾਂ ਵਾਲੀ ਗੱਲ ਜਿਹੜੀ ਕਰ ਚੁੱਕੇ ਹਾਂ। ਖੈਰ, ਅੱਜ ਆਪਾਂ ਵਿਸਤਾਰ 'ਚ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਰਾਜਾ ਵੜਿੰਗ ਨੇ ਨਵੀਆਂ ਬੱਸਾਂ ਦੇ ਫਲੀਟ ਜਿਹੜੇ ਮੰਗਾਏ ਸੀ, 55 ਬੱਸਾਂ ਦੇ, ਤਾਂ ਉਹ 862 ਦੇ ਕਰੀਬ ਜਿਹੜੀਆਂ ਬੱਸਾਂ ਜਿਹੜੀਆਂ ਸਨ ਉਹਨਾਂ ਦੀਆਂ ਚੈਸੀ ਜਿਹੜੀਆਂ ਮੰਗਾਈਆਂ ਤੇ ਬਾਡੀ ਉਹਨਾਂ ਦੀਆਂ ਬਣਾਉਣੀਆਂ ਸਨ। ਤਾਂ ਉਹਨਾਂ ਵਾਸਤੇ ਜਿਹੜੇ ਟੈਂਡਰ ਨੇ ਉਹ ਮੰਗਵਾਏ ਗਏ। ਜਦੋਂ ਟੈਂਡਰ ਮੰਗਵਾਏ ਗਏ ਤਾਂ ਉਹ ਟੈਂਡਰ ਪੰਜਾਬ ਦੇ ਲੋਕਾਂ ਨੇ ਵੀ ਉਹਦੇ ਵਿੱਚ ਅਪਲਾਈ ਕੀਤਾ ਟੈਂਡਰ ਲੈਣ ਵਾਸਤੇ, ਪਰ ਕਿਸੇ ਖਾਸ ਅਸੀਂ ਕਹਿ ਸਕਦੇ ਕਿਸੇ ਖਾਸ ਮੁੱਦੇ ਤਹਿਤ ਜਾਂ ਕਿਸੇ ਖਾਸ ਨੀਤੀ ਦੇ ਤਹਿਤ ਉਹ ਜਿਹੜੀ ਟੈਂਡਰ ਮੰਗਾਉਣ ਦੀ ਤਰੀਕ ਸੀ ਉਹ ਵਧਾ ਦਿੱਤੀ ਗਈ। ਤਾਂ ਉਹ ਟੈਂਡਰ ਜਿਹੜੇ ਸੀ ਜੈਪੁਰ ਦੀ ਇੱਕ ਕੰਪਨੀ ਨੂੰ ਉਹ ਜਿਹੜੇ ਬਾਡੀ ਬਣਾਉਣ ਨੂੰ ਉਹ ਦਿੱਤੀ ਗਏ। 862 ਬੱਸਾਂ ਦੀ ਬਾਡੀਆਂ ਜਿਹੜੀਆਂ ਬਣਾਉਣੀਆਂ ਸੀ। ਤਾਂ ਉਹ ਜਿਹੜੀਆਂ ਜਦੋਂ ਜੈਪੁਰ ਦੇ ਵਿੱਚ ਉਹ ਬੱਸਾਂ ਦੀਆਂ ਬਾਡੀਆਂ ਬਣੀਆਂ ਤਾਂ ਉਹਦੇ ਨਾਲ ਹੀ ਨਾਲ ਉੱਥੇ ਜੈਪੁਰ ਦੇ ਵਿੱਚ ਉੱਤਰ ਪ੍ਰਦੇਸ਼ ਦੀਆਂ ਯੂਪੀ ਦੀਆਂ ਬੱਸਾਂ ਦੀਆਂ ਬਾਡੀਆਂ ਵੀ ਜਿਹੜੀਆਂ ਉੱਥੇ ਬਣ ਰਹੀਆਂ ਸਨ। ਤਾਂ ਫਿਰ ਕੀ ਸਿਲਸਿਲਾ ਉੱਥੇ ਕੀ ਸੁਖਵਿੰਦਰ ਜੀ ਸ਼ੁਰੂ ਹੁੰਦਾ ਕਿ ਜਿਹੜੀ ਪੰਜਾਬ ਬੱਸਾਂ ਗਈਆਂ, 5 ਬੱਸਾਂ ਗਈਆਂ, ਇਹਨਾਂ ਉੱਤੇ ਇੱਕ ਤਾਂ ਮਟੀਰੀਅਲ ਘੱਟ ਲਾਇਆ ਗਿਆ, ਇੱਕ ਇਹਦਾ ਰੇਟ, ਤੇ ਦੂਜੇ ਪਾਸੇ ਯੂਪੀ ਦੀਆਂ ਬੱਸਾਂ ਦੇ ਰੇਟ ਦੇ ਵਿੱਚ 2 ਲੱਖ ਰੁਪਏ ਦਾ ਜਿਹੜਾ ਫਰਕ ਸੀ ਉਹ ਸਾਫ਼ ਰੱਖਿਆ ਗਿਆ। ਉਧਰ ਜਿਹੜੀ ਯੂਪੀ ਦੀਆਂ ਬੱਸਾਂ ਨੂੰ ਚੈਸੀ ਬਾਡੀ ਲੱਗੀ, ਉਹਨਾਂ ਨੂੰ 2 ਲੱਖ ਰੁਪਈਆ ਘੱਟ ਸੀ। ਹਾਲਾਂਕਿ ਮਟੀਰੀਅਲ ਉਹਨਾਂ ਦਾ ਵਧੀਆ, ਜਦੋਂ ਕਿ ਇਸ ਪਾਸੇ ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ 5 ਬੱਸਾਂ ਜਿਹੜੀਆਂ ਸਨ ਇਹਨਾਂ ਦੇ ਉੱਤੇ ਜਿਹੜਾ ਮਟੀਰੀਅਲ ਵਰਤਿਆ ਗਿਆ ਘਟੀਆ ਪੱਧਰ ਦਾ ਵਰਤਿਆ ਗਿਆ। ਬੱਸਾਂ ਦੀ ਬੈਕ ਸਾਈਡ ਤੇ ਕੋਈ ਸਟੀਲ ਦਾ ਜੰਗਲਾ, ਲੋਹੇ ਦਾ ਜੰਗਲਾ ਨਹੀਂ ਲਾਇਆ ਗਿਆ, ਕੋਈ ਪੌੜੀ ਨਹੀਂ ਲਾਈ ਗਈ, ਪਰ ਜਿਹੜੀਆਂ ਬੱਸਾਂ ਦਾ ਰੇਟ ਸੀ ਪ੍ਰਤੀ ਬੱਸ 2 ਲੱਖ ਰੁਪਈਆ ਉਹਦੇ ਮੁਤਾਬਕ ਜ਼ਿਆਦਾ ਜਿਹੜਾ ਉਹ ਰੱਖਿਆ ਗਿਆ। ਤੇ ਇਸ ਤਰੀਕੇ ਨਾਲ 16 ਕਰੋੜ ਦੇ ਕਰੀਬ ਇਹ ਰਾਸ਼ੀ ਜਿਹੜੀ ਉਹ ਬਣਦੀ ਆ ਕਿ ਜਿਹੜੀ ਉਹਦੇ ਅਸੀਂ ਕਹਿ ਸਕਦੇ ਕਿ ਜਿਹੜਾ ਗੱਫਾ ਜਿਹੜਾ ਲਾਇਆ ਗਿਆ, ਜਿਹੜਾ ਨਜਾਇਜ਼ ਉੱਤਰ ਪ੍ਰਦੇਸ਼ ਦੇ ਮੁਕਾਬਲੇ। ਇਹਦੇ ਵਿੱਚ ਜਿਹੜਾ ਹਰੀਸ਼ ਚੌਧਰੀ ਵੀ ਸ਼ਾਇਦ ਕਹਿੰਦੇ ਇਹਦੇ ਵਿੱਚ ਘੇਰੇ ਦੇ ਵਿੱਚ ਜਾਂਚ ਦੇ ਘੇਰੇ ਚ ਆ ਸਕਦੇ ਆ, ਕਿਉਂਕਿ ਪਤਾ ਇਹ ਲੱਗਿਆ ਕਿ ਰਾਜਸਥਾਨ ਜਾਣ ਦੇ ਲਈ ਇਸੇ ਕਰਕੇ ਕਿਉਂਕਿ
ਰਾਜਸਥਾਨ ਤੋਂ ਹੀ ਜਿਹੜੇ ਹਰੀਸ਼ ਚੌਧਰੀ ਨੇ, ਔਰ ਕੁਝ ਲੋਕ ਇਹ ਸਵਾਲ ਉਠਾ ਰਹੇ ਨੇ ਕਿ ਰਾਜਸਥਾਨ ਕਿਉਂ? ਕਹਿੰਦੇ ਰਾਜਸਥਾਨ ਇਸ ਲਈ ਕਿ ਰਾਜਸਥਾਨ ਤੋਂ ਮੰਤਰੀ ਜਿਹੜੇ ਸੀਗੇ, ਹਾਲਾਂਕਿ ਹੁਣ ਉਹ ਮੰਤਰੀ ਉੱਥੇ ਨਹੀਂ ਰਹੇ, ਪਰ ਉੱਥੋਂ ਦੀ ਮੌਜੂਦਾ ਸਰਕਾਰ ਦੇ ਜਿਹੜੇ ਮੈਂਬਰ ਹੈਗੇ ਆ, ਹਰੀਸ਼ ਚੌਧਰੀ MLA ਹੈਗੇ ਆ, ਉਹਨਾਂ ਦੇ ਕਰਕੇ ਜਿਹੜਾ ਉੱਥੇ ਜਿਹੜੇ ਇਹ ਬੱਸਾਂ ਲਿਜਾਈਆਂ ਗਈਆਂ ਨੇ। ਮੈਂ ਤੁਹਾਨੂੰ ਦੱਸਦਾ, ਉਹ ਵੀ ਜਾਣਕਾਰੀ ਮੈਂ ਲੱਗਾ ਦੱਸਣ ਕਿ ਇਹ ਕਹਿੰਦੇ ਨੇ ਕਿ ਉਹ ਜਿਹੜੀ ਕੰਪਨੀ ਆ, ਜਿਸ ਕੰਪਨੀ ਨੂੰ ਇਹ ਠੇਕਾ ਦਿੱਤਾ ਗਿਆ ਜਾਂ ਟੈਂਡਰ ਦਿੱਤਾ ਗਿਆ, ਟੈਂਡਰ ਜਿਹੜਾ ਉਹਨਾਂ ਨੇ ਮੰਗਵਾਇਆ ਗਿਆ, ਇਹ ਕੰਪਨੀ ਜਿਹੜੀ ਹਰੀਸ਼ ਚੌਧਰੀ ਦੇ ਕਿਸੇ ਖਾਸ ਕਰੀਬੀ ਦੀ ਹੈ। ਇਸੇ ਕਰਕੇ ਹੀ ਤਰੀਕ ਜਿਹੜੀ ਵਧਾਈ ਗਈ ਟੈਂਡਰ ਲੈਣ ਦੀ, ਟੈਂਡਰ ਖੋਲ੍ਹਣ ਦੀ, ਤੇ ਫਿਰ ਉਹ ਟੈਂਡਰ ਮੰਗਵਾ ਕੇ ਉਸ ਕੰਪਨੀ ਨੂੰ ਦਿੱਤੇ ਗਏ ਜਿਹੜੀ ਕੰਪਨੀ ਹਰੀਸ਼ ਚੌਧਰੀ ਦੇ ਨਾਲ ਸੰਬੰਧਿਤ ਕਿਸੇ ਨਜ਼ਦੀਕੀ ਦੀ ਹੈ। ਤਾਂ ਹਰੀਸ਼ ਚੌਧਰੀ ਉਸ ਵੇਲੇ, ਮੇਰਾ ਖਿਆਲ ਅੱਜ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਜਿਹੜੇ ਉਹ ਹਨ, ਤਾਂ ਉਸ ਵੇਲੇ ਰਾਜਾ ਵੜਿੰਗ ਦੇ ਉੱਤੇ ਕਿਸ ਤਰੀਕੇ ਦਾ ਉਹਦਾ ਪ੍ਰਭਾਵ ਸੀ। ਹਰੀਸ਼ ਚੌਧਰੀ ਇੱਕ ਅਜਿਹਾ ਵਿਅਕਤੀ ਸੀ ਜਿਹੜਾ ਕੇਂਦਰ ਦੀ ਹਾਈ ਕਮਾਨ ਤੇ ਪੰਜਾਬ ਸਰਕਾਰ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਸੀ। ਹਰੀਸ਼ ਰਾਵਤ ਤੋਂ ਬਾਅਦ ਤਾਂ ਕੁਦਰਤੀ ਤੌਰ ਤੇ ਉਸ ਚੀਜ਼ ਨੂੰ ਮੁਨਾਫਾ ਬੈਨੀਫਿਟ ਲੈਣ ਵਾਸਤੇ ਹੀ ਸਾਰਾ ਕੁਝ ਰਾਜੇ ਵੜਿੰਗ ਨੇ ਇਹ ਜਿਹੜਾ ਘਪਲਾਬਾਜ਼ੀ ਅਸੀਂ ਕਹਿ ਸਕਦੇ ਕਥਾ ਤੌਰ ਤੇ ਕੀਤੀ ਜਾਂ ਕਰਵਾਈ ਕਿਸੇ ਨੂੰ ਲਾਭ ਦੇਣ ਵਾਸਤੇ, ਕਿਉਂਕਿ ਉਦੋਂ ਤੱਕ ਕਾਂਗਰਸ ਪਾਰਟੀ ਦੇ ਮਨ ਵਿੱਚ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਉਹ ਅਸੀਂ ਜਿੱਤ ਲੈਣੀਆਂ ਨੇ। ਉਸ ਸੁਪਨਮਈ ਦੁਨੀਆ ਦੇ ਤਹਿਤ ਹੀ ਇਹ ਜਿਹੜਾ ਗਬਨ ਆ 16 ਕਰੋੜ ਦਾ ਜਿਹੜਾ ਚੂਨਾ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਲਾਇਆ ਗਿਆ, ਤੇ ਜਦੋਂ ਇਹਦੇ ਸੰਬੰਧੀ ਹੁਣ ਰਾਜਾ ਵੜਿੰਗ ਹੁਣੀ ਆਪਣਾ ਪੱਖ ਇਹ ਦੇ ਰਹੇ ਆ ਕਿ ਸਾਰਾ ਕੰਮ ਜਿਹੜਾ ਕਾਨੂੰਨ ਦੇ ਅਨੁਸਾਰ ਹੋਇਆ, ਅਸੀਂ ਹਰ ਜਾਂਚ ਵਾਸਤੇ ਤਿਆਰ ਆ। ਮੈਂ ਜਿਹੜੀ ਫਾਈਲ ਲਾਈ ਸੀ ਉਹ ਥੱਲਿਓਂ ਅਫਸਰਾਂ ਦੇ ਮੁਤਾਬਕ ਆਈ ਸੀ, ਅਫਸਰ ਲੈ ਕੇ ਆਏ ਸੀ, ਮੈਂ ਕੇਵਲ ਸਾਈਨ ਕੀਤੇ ਆ, ਕੋਈ ਘਪਲੇਬਾਜ਼ੀ ਨਹੀਂ ਹੋਈ, ਕੋਈ ਇਹੋ ਜਿਹਾ ਨਹੀਂ ਹੋਇਆ, ਬਾਕੀ ਫਿਰ ਵੀ ਅਸੀਂ ਜਾਂਚ ਨੂੰ ਤਿਆਰ ਆ। ਇਹ ਰਾਜਾ ਵੜਿੰਗ ਦਾ ਜਿਹੜਾ ਪੱਖ ਜਿਹੜਾ ਆ ਰਿਹਾ। ਬਾਕੀ ਸੁਖਵਿੰਦਰ ਜੀ, ਜਿਸ ਬੰਦਿਆਂ ਨੇ ਇਹ ਮੁੱਦਾ ਉਠਾਇਆ, ਇਹ ਮੁੱਦਾ ਅਸੀਂ ਵੀ ਆਪਣੇ ਪ੍ਰੋਗਰਾਮਾਂ 'ਚ ਬੜੇ ਚਿਰ ਪਹਿਲਾਂ ਦਾ ਉਠਾ ਰਹੇ ਕਿ ਰਾਜਾ ਵੜਿੰਗ ਵੱਲ ਵੀ ਫਸਣ ਦੀ ਤਿਆਰੀ ਜਿਹੜਾ ਹੋ ਸਕਦੇ ਨੇ, ਫਸ ਸਕਦੇ ਨੇ। ਉਹਦੇ ਵਿੱਚ ਬੱਸਾਂ ਦੇ ਵਿੱਚ ਜੋ ਕੁਝ ਮਟੀਰੀਅਲ ਵਰਤਿਆ ਗਿਆ ਉਹ ਮਟੀਰੀਅਲ ਘਟੀਆ ਪੱਧਰ ਦਾ। ਇੱਥੇ ਪੰਜਾਬ ਰੋਡਵੇਜ਼ ਦੇ ਸੀਨੀਅਰ ਜਿਹੜੇ ਕਰਮਚਾਰੀ ਨੇ, ਪ੍ਰਧਾਨ ਨੇ, ਉਹਨਾਂ ਨਾਲ ਮੇਰੀ ਇੱਕ ਦਿਨ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਬਾਡੀ ਲਾਈ ਗਈ ਆ, ਇਹ ਰਸਤੇ ਦੇ ਵਿੱਚ ਵੀ ਖਿੱਲਰ ਜਾਵੇ ਤਾਂ ਇਸ ਤੋਂ ਵੀ ਵੱਡੀ ਕੋਈ ਗੱਲ ਨਹੀਂ ਕਹੀ ਜਾ ਸਕਦੀ। ਭਾਵ ਇੰਨੇ ਹਲਕੇ ਪੱਧਰ ਦਾ ਜਿਹੜਾ ਮਟੀਰੀਅਲ ਆ ਉਹ ਇਹਨਾਂ ਬੱਸਾਂ ਤੇ ਲਾਇਆ ਗਿਆ। ਹੁਣ ਉਸ ਬੱਸ ਦੇ ਵਿੱਚ ਜਿਹਦੇ ਵਿੱਚ 52 ਸਵਾਰੀਆਂ ਬੈਠਦੀਆਂ ਨੇ ਤੇ ਇੰਨਾ ਮਟੀਰੀਅਲ ਘਟੀਆ ਪੱਧਰ ਦਾ ਹੋਵੇ ਤੇ ਜਿਹਦਾ ਇਹ ਵੀ ਨਾ ਪਤਾ ਹੋਵੇ ਕਿ ਇਹ ਬੱਸ ਆਪਣੀ ਮੰਜ਼ਿਲ ਤੱਕ ਪਹੁੰਚੂਗੀ ਜਾਂ ਨਹੀਂ ਪਹੁੰਚੂਗੀ, ਰਸਤੇ 'ਚ ਖਿੱਲਰ ਜਾਏਗੀ। ਜਿੱਥੇ ਇਹ ਮਾਨਵੀ ਜਾਨਾਂ ਨਾਲ ਖਲਵਾੜ ਆ, ਉੱਥੇ ਸਰਕਾਰੀ ਖਜ਼ਾਨੇ ਨੂੰ ਲਾਇਆ ਗਿਆ 16 ਕਰੋੜ ਦਾ ਉਹ ਚੂਨਾ, ਉਹ ਕਪੜਾ, ਜਿਸ ਬਾਰੇ ਰਾਜਾ ਵੜਿੰਗ ਕਹਿੰਦੇ ਨੇ ਕਿ ਮੈਂ ਹਰ ਜਾਂਚ ਵਾਸਤੇ ਤਿਆਰ ਹਾਂ, ਜਿਸ ਤਰ੍ਹਾਂ ਉਹਨਾਂ ਦਾ ਅੰਦਾਜ਼ ਹੈਗਾ। ਹੁਣ ਜਾਂਚ ਜਿਹੜੀ ਆ ਉਹ ਭਗਵੰਤ ਮਾਨ ਨੇ ਕਰਨੀ ਆ, ਕਿਸ ਤਰੀਕੇ ਨਾਲ ਕਰਦੇ ਆ, ਪਰ ਇਹ ਗੱਲ ਜ਼ਰੂਰ ਆ ਹੁਣ ਰਾਜਾ ਵੜਿੰਗ ਦੇ ਦਿਨ ਜਿਹੜੇ ਆਉਣ ਵਾਲੇ ਅਣਖੀ ਸਾਹਿਬ ਉਹ ਸੌਖੇ ਨਹੀਂ ਰਹਿਣ ਵਾਲੇ। ਮੈਨੂੰ ਲੱਗਦਾ ਕਿ ਹੁਣ ਰਾਜਾ ਵੜਿੰਗ ਦੇ ਉੱਪਰ ਵੀ ਜਿਹੜਾ ਸ਼ਿਕੰਜਾ ਪੂਰਨ ਤਰੀਕੇ ਦੇ ਨਾਲ ਜਿਹੜਾ ਉਹ ਕੱਸਿਆ ਜਾਊਗਾ। ਤੁਹਾਨੂੰ ਦੱਸਿਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਧਰਮਸੋਤ ਨੇ ਕੁਝ ਮੰਤਰੀ ਫਸਾਏ, ਰਾਜਾ ਵੜਿੰਗ ਤੇ ਉਧਰੋਂ ਹੁਣ ਕਹਿੰਦੇ ਈਡੀ ਨੇ ਵੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਨਾਭਾ ਦੇ ਕਹਿਣ ਦੇ ਉੱਪਰ, ਜਿਹੜਾ ਉਹਨਾਂ ਨੇ ਇੱਕ ਪੱਤਰ ਮੋਦੀ ਨੂੰ ਲਿਖਿਆ ਸੀ। ਤਾਂ ਅਣਖੀ ਸਾਹਿਬ ਅਗਲੀ ਖਬਰ ਵਾਲੇ ਪਾਸੇ ਨੂੰ ਆਪਾਂ ਮੈਂ ਕਹਿੰਦਾ ਵੱਧਦੇ ਹਾਂ, ਕਾਫੀ ਸਮਾਂ ਆਪਾਂ ਲੈ ਲਿਆ ਇਸ ਖਬਰ ਦੇ ਉੱਪਰ। ਤਾਂ ਅਗਲੀ ਖਬਰ ਜਿਹੜੀ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਕੇਂਦਰ ਦੇ ਵੱਲੋਂ ਇੱਕ ਵੱਡਾ ਤੋਹਫਾ ਦਿੱਤਾ ਗਿਆ। ਉਹਨਾਂ ਦੇ ਖਾਸ DGP ਦਿਨਕਰ ਗੁਪਤਾ, ਜਿਨ੍ਹਾਂ ਨੂੰ ਦੋਵਾਂ ਜੋੜਿਆਂ ਨੂੰ ਜਿਹੜਾ ਪੰਜਾਬ ਦੇ ਸਭ ਤੋਂ ਵੱਡੇ ਟੌਪ ਦੇ ਆਫੀਸਰ ਦੇ ਵਿੱਚੋਂ ਜਿਹੜੇ ਉਹਨਾਂ ਨੂੰ ਅਹੁਦੇ ਦਿੱਤੇ ਗਏ। ਸਿਵਲ ਡਿਪਾਰਟਮੈਂਟ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਉੱਪਰਲਾ ਅਹੁਦਾ ਸੀਗਾ ਉਹ ਦਿੱਤਾ ਗਿਆ ਉਹਨਾਂ ਦੀ ਵਾਈਫ ਵਿਨੀ ਮਹਾਜਨ ਨੂੰ, ਔਰ ਬੈਲਟ ਫੋਰਸ ਦੇ ਵਿੱਚੋਂ ਸਭ ਤੋਂ ਉੱਚਾ ਅਹੁਦਾ ਜਿਹੜਾ ਦਿਨਕਰ ਗੁਪਤਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੀ। ਔਰ ਖਾਸ ਜਿਹੜੇ ਉਹ ਸੀ ਤੇ ਕਿਸੇ ਟਾਈਮ ਜਿਹੜਾ ਹੈਗਾ ਪੂਰੇ ਖਾਸ ਦੇ ਪੰਜਾਬ ਦਾ DGP 2 ਸਾਲ ਤੇ 7 ਮਹੀਨੇ ਕਹਿੰਦੇ ਉਹਨਾਂ ਨੂੰ ਲਗਾ ਕੇ ਰੱਖਿਆ। ਤਾਂ ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਈ ਸੀ ਤਾਂ ਸਿੱਧੂ ਨੇ ਜਾਂ ਦੂਜੀ ਸਰਕਾਰ ਚੰਨੀ ਸਰਕਾਰ ਨੇ ਜਿਹੜਾ DGP ਵੀ ਜਿਹੜਾ ਉਹ ਬਦਲ ਦਿੱਤਾ ਸੀ। ਤੇ ਹੁਣ NIA ਦਾ ਮੁਖੀ ਇੱਕ ਅਹਿਮ ਕੇਂਦਰ ਦੀ ਏਜੰਸੀ, ਜੇ ਆਪਾਂ ਕਹੀਏ ਇੱਕ ED ਹੁੰਦੀ ਹੈ, ED ਤੇ ਦੂਜਾ NIA, ਅਹਿਮ ਜਿਹੜੀ ਏਜੰਸੀ ਹੈ ਉਹਦਾ ਜਿਹੜਾ ਮੁਖੀ ਲਗਾ ਦਿੱਤਾ ਗਿਆ ਜਦੋਂ ਤੱਕ ਉਹ ਰਿਟਾਇਰ ਨਹੀਂ ਹੁੰਦੇ। 31 ਮਾਰਚ 2024 ਤੱਕ ਜਿਹੜਾ ਉਹਨਾਂ ਨੂੰ ਮੁਖੀ ਲਗਾ ਦਿੱਤਾ ਗਿਆ ਦਿਨਕਰ ਗੁਪਤਾ ਨੂੰ। ਹਾਲਾਂਕਿ ਦਿਨਕਰ ਗੁਪਤਾ ਦੇ ਦੱਸਿਆ ਜਾ ਰਿਹਾ ਕਿ ਕੇਂਦਰ ਦੇ ਵਿੱਚ ਆਪਣੇ ਵੀ ਰਿਲੇਸ਼ਨ ਜਿਹੜੇ ਉਹ ਚੰਗੇ ਹੈਗੇ ਆ, ਪਰ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਹੋਣ ਦੇ ਕਰਕੇ ਉਹ ਜ਼ਿਆਦਾ ਹਾਈਲਾਈਟ ਹੋਏ। ਕਿਵੇਂ ਦੇਖਦੇ ਹੋ ਕਿ ਕੈਪਟਨ ਨੂੰ ਵੀ ਇਹ ਤੋਹਫਾ ਹੀ ਸਮਝਿਆ ਜਾਵੇ ਕਿ ਉਹਨਾਂ ਦੇ ਖਾਸ ਨੂੰ ਜਿਹੜਾ NIA ਦੇ ਏਜੰਸੀ ਦਾ ਜਿਹੜਾ ਉਹ ਮੁਖੀ ਲਾਇਆ ਗਿਆ?
ਸੁਖਵਿੰਦਰ ਜੀ, ਜਦੋਂ ਦਿਨਕਰ ਗੁਪਤਾ ਦੀ ਪੰਜਾਬ ਦੇ ਵਿੱਚ ਬਤੌਰ ਡੀਜੀਪੀ ਨਿਯੁਕਤੀ ਹੋਈ ਔਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ, ਉਦੋਂ ਇਹ ਸਾਫ਼ ਤੇ ਸਪਸ਼ਟ ਸੀ ਕਿ ਇਹ ਜਿਹੜੀ ਨਿਯੁਕਤੀ ਹੈ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜੋ ਆਪਣੀ ਇੱਛਾ ਅਨੁਸਾਰ ਕੀਤੀ, ਪਰ ਉਹਨਾਂ ਦੇ ਉੱਤੇ ਇੱਕ ਜ਼ਿਆਦਾ ਦਬਾਅ ਜਿਹੜੀ ਆਰਐਸਐਸ ਦੀ ਉਸ ਲਾਬੀ ਦਾ ਸੀ, ਜਿਹੜੀ ਲਾਬੀ ਦਿਨਕਰ ਗੁਪਤਾ ਨੂੰ ਬੜੇ ਲੰਮੇ ਸਮੇਂ ਤੋਂ ਸਪੋਰਟ ਕਰਦੀ ਰਹੀ ਤੇ ਦਿਨਕਰ ਗੁਪਤਾ ਦੇ ਭਾਜਪਾ ਦੇ ਉੱਚ ਨੇਤਾਵਾਂ ਨਾਲ ਜਿਹੜੇ ਸਿੱਧੇ ਸੰਬੰਧ ਸਨ। ਤੇ ਅੱਜ ਉਹ ਵਿਅਕਤੀ ਸਿਖਰ ਦੇ ਨੇਤਾ ਨਹੀਂ, ਭਾਜਪਾ ਦੇ ਵਿੱਚ ਸਿਖਰ ਦੇ ਅਹੁਦੇ ਦਾ ਆਨੰਦ ਮਾਣਦੇ ਪਏ ਆ, ਜਿਨ੍ਹਾਂ ਦੀ ਸਿਫਾਰਿਸ਼ ਦੇ ਉੱਤੇ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀਸੀਪੀ ਲਾਇਆ ਗਿਆ। ਇਹ ਉਹਨਾਂ ਦਿਨਾਂ 'ਚ ਚਰਚਾਵਾਂ ਸਨ, ਇਹ ਚਰਚਾਵਾਂ ਹਮੇਸ਼ਾ ਚੱਲਦੀਆਂ ਰਹੇ ਤੇ ਇਹ ਚਰਚਾਵਾਂ ਹੈ ਵੀ ਸੱਚ ਸਨ। ਜਦੋਂ ਫਿਰ ਵਿਨੀ ਮਹਾਜਨ ਹੋਣੀ ਚੀਫ ਸੈਕਟਰੀ ਤੇ ਅਹੁਦੇ ਤੋਂ ਮੁਕਤ ਕੀਤਾ ਜਾ ਕੇ ਉਹ ਸੈਂਟਰ 'ਚ ਚਲੇ ਜਾਂਦੇ ਨੇ ਡੈਪੂਟੇਸ਼ਨ ਤੇ, ਤਾਂ ਉੱਥੇ ਵੀ ਉਹ 14 ਸਿਰਫ ਤੇ ਸਿਰਫ ਇਹ ਆਰਐਸਐਸ ਦੇ ਉਸ ਉੱਚ ਨੇਤਾ ਜਿਹੜਾ ਸੀ, ਜਿਹਦਾ ਅਸੀਂ ਖਾਸ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਉਹਨਾਂ ਦਾ ਬੜਾ ਹੋਲਡ ਹੈਗਾ ਉਸ ਨੇਤਾ ਦਾ, ਆਰਐਸਐਸ ਦੇ ਉਸ ਵਰਕਰ ਦਾ ਜਾਂ ਨੇਤਾ ਦਾ ਕਹਿ ਲਓ, ਉਹਦੀ ਸਪੋਰਟ ਦੇ ਸਿਰ ਤੇ ਹੀ ਇਹ ਸਾਰਾ ਕੁਝ ਹੋਇਆ। ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਦਿਨਕਰ ਗੁਪਤਾ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਰਾਜਕਾਲ ਸਮੇਂ ਅਸੀਂ ਕਹਿ ਸਕਦੇ ਹਾਂ ਕਿ ਡੀਜੀਪੀ ਅਹੁਦੇ ਦਾ ਆਨੰਦ ਮਾਣਿਆ, ਉਹਨਾਂ ਦੇ ਜਿਹੜੇ ਸਰਕਾਰੀ ਮਹਿਮਾਨ ਪਾਕਿਸਤਾਨੀ ਜਿਹੜੇ ਦੋਸਤ ਸਨ, ਉਹਨਾਂ ਨਾਲ ਬੈਠ ਕੇ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ, ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਦਿਨਕਰ ਗੁਪਤਾ ਉਸੇ ਤਰੀਕੇ ਨਾਲ ਰਹੇ ਜਿਸ ਤਰੀਕੇ ਨਾਲ ਕਿਸੇ ਵਕਤ ਸੁਬੇਰ ਸਿੰਘ ਸੈਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਚਹੇਤਾ ਹੁੰਦਾ ਸੀ। ਸੋ ਬੜੀਆਂ ਕਹਾਣੀਆਂ ਦਿਨਕਰ ਗੁਪਤਾ ਹੋਣਾ ਦੀਆਂ ਹਨ। ਤੁਹਾਨੂੰ ਯਾਦ ਇਹ ਵੀ ਗੱਲ ਹੋਏਗੀ ਕਿ ਦਿਨਕਰ ਗੁਪਤਾ ਨੇ ਇਹ ਮੁੱਦਾ ਜਦੋਂ ਕਰਤਾਰਪੁਰ ਕਾਰੀਡੋਰ ਖੁੱਲਿਆ ਤਾਂ ਸਭ ਤੋਂ ਪਹਿਲੀ ਸਟੇਟਮੈਂਟ ਦਿਨਕਰ ਗੁਪਤਾ ਦੀ ਆਈ ਸੀ ਕਿ 24 ਘੰਟਿਆਂ ਦੇ ਵਿੱਚ ਉਦੋਂ ਅੱਤਵਾਦੀ ਪਾਕਿਸਤਾਨ ਕਰਤਾਰਪੁਰ ਜਾਣਗੇ ਤੇ 24 ਘੰਟਿਆਂ 'ਚ ਉਦੋਂ ਅੱਤਵਾਦੀ ਬਣ ਕੇ ਆ ਜਾਣਗੇ। ਬੇਸ਼ੱਕ ਉਸ ਦਾ ਰੌਲਾ ਪਿਆ ਤਾਂ ਇਹ ਬਿਆਨ ਉਹਨਾਂ ਨੂੰ ਵਾਪਸ ਲੈਣਾ ਪਿਆ, ਪਰ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਉਹ ਹਮੇਸ਼ਾ ਖਾਸਮ ਖਾਸ ਤੇ ਚਹੇਤੇ ਬਣ ਕੇ ਰਹੇ। ਸਰਕਾਰਾਂ ਬਦਲੀਆਂ ਤਾਂ ਉਸੇ ਵਕਤ ਦਿਨਕਰ ਗੁਪਤਾ ਨੂੰ ਜਾਣਾ ਗਿਆ। ਤੇ ਹੁਣ ਜਿਸ ਤਰੀਕੇ ਨਾਲ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਨੇਤਾ ਸਰ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਗੱਠਜੋੜਾ ਭਾਜਪਾ ਦੇ ਨਾਲ ਆ, ਤੇ ਭਾਜਪਾ ਵੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੂੰ ਹਰ ਹਾਲਤ ਵਿੱਚ ਖੁਸ਼ ਰੱਖਣ ਦੇ ਯਤਨਾਂ ਵਿੱਚ ਹੈਗੀ ਆ, ਤਾਂ ਇਸ ਤਰੀਕੇ ਨਾਲ ਉਹਨਾਂ ਨੇ ਆਪਣੇ ਉਸ ਵਿਅਕਤੀ ਨੂੰ ਵੀ ਖੁਸ਼ ਕਰ ਲਿਆ ਤੇ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਵੀ ਇਹ ਇੱਕ ਸੰਦੇਸ਼ ਦੇ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਇਹ ਸੰਦੇਸ਼ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਤੀ, ਕਿ ਖਾਸ ਤੌਰ ਤੇ ਪੰਜਾਬ ਦੀ ਅਫਸਰਸ਼ਾਹੀ ਨੂੰ, ਕਿ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰ ਦੇ ਵਿੱਚ ਅਜੇ ਵੀ ਪੂਰਨ ਤੌਰ ਤੇ ਪੁੱਛਗਿੱਛ ਹੈਗੀ ਆ। ਉਹਦੇ ਚਹੇਤਿਆਂ ਨੂੰ ਕਿਸੇ ਵੀ ਸੂਰਤ 'ਚ ਖੁੱਡੇ ਨਾਲ ਨਹੀਂ ਲਾਇਆ ਜਾ ਸਕਦਾ, ਕਿਉਂਕਿ NIA ਦਾ ਉਹਦਾ ਜਿਹੜਾ ਡਾਇਰੈਕਟਰ ਦਾ ਉਹਦਾ ਬਹੁਤ ਉੱਚ ਅਹੁਦਾ, ਅਜੇ ਕੱਲ ਉਹ ਚਾਰਜ ਸੰਭਾਲਦੇ ਪਏ ਆ ਤੇ ਕੱਲ ਹੀ NIA ਵੱਲੋਂ ਪੰਜਾਬ ਦੇ 3 ਸ਼ਹਿਰਾਂ ਦੇ ਉੱਤੇ ਵੱਡੇ ਪੱਧਰ ਤੇ ਜਿਹੜੀ ਛਾਪੇਮਾਰੀ ਜਿਹੜੀ ਕੀਤੀ ਗਈ, ਗੁਰਦਾਸਪੁਰ, ਅੰਮ੍ਰਿਤਸਰ ਆਦਿ ਹੋਰ ਇਲਾਕਿਆਂ ਦੇ ਵਿੱਚ NIA ਵੱਲੋਂ ਬੰਦੇ ਫੜੇ ਗਏ ਨੇ। ਕਿਉਂ ਫੜੇ ਗਏ? ਕਿਉਂਕਿ ਹੁਣ ਦਿਨਕਰ ਗੁਪਤਾ ਉਹ ਵਿਅਕਤੀ ਨੇ ਜਿਨ੍ਹਾਂ ਦਾ ਸਾਰਾ ਕੰਮ ਜਿਹੜਾ ਪੰਜਾਬ 'ਚ ਰਿਹਾ, ਪੰਜਾਬ ਨੂੰ ਅੱਤਵਾਦ ਦੇ ਲਾਗੇ, ਅੱਤਵਾਦ ਦੇ ਦੌਰ 'ਚ ਕਈਆਂ ਜ਼ਿਲ੍ਹਿਆਂ ਤੋਂ SSP ਰਹੇ, ਫਿਰ ਉਹ DGP ਰਹੇ। ਸੋ ਸਾਰੇ ਕ੍ਰਾਈਮ ਨੂੰ ਉਹਨਾਂ ਨੇ ਬੜੀ ਨਜ਼ਦੀਕ ਦੇ ਤੌਰ ਤੇ ਦੇਖਿਆ। ਸੋ ਇਸ ਪੱਖ ਤੋਂ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੰਦੇਸ਼ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਜਾਂ ਗੈਂਗਵਾਦ ਜਿਹੜਾ ਹੈਗਾ ਚੱਲਦਾ ਪਿਆ, ਇਸ ਨੂੰ ਵੀ ਖਤਮ ਕੀਤਾ ਜਾ ਸਕਦਾ। ਔਰ ਬਾਰਡਰ ਦੇ ਜਿਹੜੇ ਇਲਾਕੇ ਨੇ ਜਿੱਥੋਂ ਸਮਗਲਿੰਗ ਜਾਂ ਹਥਿਆਰਾਂ ਡਰੋਨ ਰਾਹੀਂ ਆਉਂਦੇ ਨੇ, ਜਿਹੜੇ ਸੰਬੰਧੀ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਰਹੇ ਨੇ, ਦਿਨਕਰ ਗੁਪਤਾ ਵੀ ਕਹਿੰਦੇ ਰਹੇ ਨੇ, ਇਹ ਉਸ ਨੂੰ ਕਹਿ ਸਕਦੇ ਕਿ ਭਾਜਪਾ ਮਾਫ ਕਰਦਾ ਕੇਂਦਰ ਦੀ ਸਰਕਾਰ ਅਹਿਮ ਜ਼ਿੰਮੇਵਾਰੀ ਜਿਹੜੀ ਉਹਨਾਂ ਨੂੰ ਸੌਂਪੀ ਗਈ ਹੈ, ਕਿਉਂਕਿ ਬਾਰਡਰ ਸਟੇਟ ਹੈ ਔਰ ਬਾਰਡਰ ਸਟੇਟ ਦੇ ਵਿੱਚ ਜਿਹੜੇ ਬੰਦੇ ਨੇ ਜਿਹੜਾ ਕੰਮ ਲੰਬੇ ਸਮੇਂ ਤੱਕ ਕੀਤਾ ਹੈ ਔਰ ਉਹਨੂੰ ਜਿਹੜੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ, ਇੱਕ ਚੰਗੀ ਗੱਲ ਜਿਹੜੀ ਉਹ ਕਹੀ ਜਾ ਸਕਦੀ ਹੈ। ਔਰ ਅਣਖੀ ਸਾਹਿਬ, ਅਗਲੀ ਖਬਰ ਦੀ ਆਪਾਂ ਗੱਲਬਾਤ ਕਰ ਲਈਏ। ਅੱਜ ਤੋਂ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਔਰ ਇੱਕ ਮੀਟਿੰਗ ਵੀ ਕੈਬਨਿਟ ਦੀ ਜਿਹੜੀ 12:30 ਵਜੇ ਬੁਲਾਈ ਗਈ ਹੈ। ਕਿਵੇਂ ਦੇਖਦੇ ਹੋ ਕਿ ਕੋਈ ਨਾ ਕੋਈ ਵੱਡੇ ਫੈਸਲੇ ਜਿਹੜੇ ਆ ਸਕਦੇ ਆ? ਕਿਹੜੇ ਵੱਡੇ ਫੈਸਲੇ ਜਿਹੜੇ ਆ ਸਕਦੇ ਆ? ਮੈਂ ਥੋੜੇ ਸ਼ਬਦਾਂ ਵਿੱਚ ਜਾਣਨਾ ਚਾਹੂੰਗਾ। ਸੁਖਵਿੰਦਰ ਜੀ, ਚਲੋ ਥੋੜੇ ਸ਼ਬਦਾਂ 'ਚ ਮੈਂ ਗੱਲ ਕਰਦਾ, ਪਰ ਮੈਨੂੰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਯਾਦ ਆਉਂਦੀ ਹੈ। ਉਹਨਾਂ ਨੇ ਕਿਹਾ ਸੀ ਕਿ ਮੈਂ ਭਗਵੰਤ ਸਿੰਘ ਮਾਨ ਦੇ ਮੱਥੇ ਨਹੀਂ ਲੱਗਣਾ, ਤੇ ਅੱਜ ਜਦੋਂ ਫਿਰ ਬਜਟ ਸੈਸ਼ਨ ਹੋਏਗਾ ਉੱਥੇ ਫਿਰ ਕਿੱਦਾਂ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਗੇ। ਜੀ, ਇਹ ਹੁਣ ਕਿਸ ਤਰ੍ਹਾਂ ਜਿਹੜੇ ਮੱਥੇ ਉਹ ਪਤਾ ਨਹੀਂ ਉਹਨਾਂ ਨੇ ਆਪੇ ਲਾ ਲੈਣਾ ਕਿ ਆ ਵੀ ਮਿੱਤਰ ਪੈਰੇ ਆਓ, ਆ ਤੁਹਾਡੇ ਕੋਲ ਤੇ ਜੱਜ ਦੇ ਮੱਥੇ ਤੇ ਤੁਸੀਂ ਲੱਗਣਾ ਹੀ ਪੈਣਾ। ਖੈਰ, ਤੁਸੀਂ ਇਹ ਕੈਬਨਿਟ ਦੀ ਮੀਟਿੰਗ ਜਿਹੜੀ ਅੱਜ 12 ਵਜੇ ਜਿਹੜੀ ਹੋਏਗੀ ਔਰ ਉਸ ਤੋਂ ਬਾਅਦ ਬਜਟ ਸੈਸ਼ਨ ਦਾ ਅਜਲਾਸ ਜਿਹੜਾ ਉਹ ਸ਼ੁਰੂ ਹੋਵੇਗਾ। ਇਸ ਮੀਟਿੰਗ ਦੇ ਵਿੱਚ ਜਿਹੜੇ ਨੇ 2 ਫੈਸਲੇ ਜਿਹੜੇ ਨੇ ਉਹ ਮਹੱਤਵਪੂਰਨ ਜਿਹੜੇ ਰੱਖੇ ਗਏ ਨੇ। ਇੱਕ ਤਾਂ ਜਿਹੜੇ 36,000 ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਿਆ ਕਰਨ ਦੇ ਸੰਬੰਧੀ, ਦੂਜਾ ਇੱਕ ਪੈਨਸ਼ਨ ਇੱਕ ਵਿਧਾਇਕ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਰੌਲਾ ਪਿਆ ਸੀ, ਉਹਦੇ ਸੰਬੰਧੀ 2 ਬਿੱਲ ਜਿਹੜੇ ਨੇ ਇਸ ਅਜਲਾਸ ਦੇ ਵਿੱਚ ਜਿਹੜੇ ਪਾਸ ਕੀਤੇ ਜਾਣਗੇ।
ਹੁਣ ਜਿਹੜੇ ਕੱਚੇ 36000 ਕੱਚੇ ਮੁਲਾਜ਼ਮਾਂ ਨੂੰ ਭਰਤੀ ਕਰਨ ਦਾ ਜਿਹੜਾ ਮੁੱਦਾ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਸਮੇਂ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਉਦੋਂ ਵੀ ਇਹ ਚੱਲਿਆ, ਤਾਂ ਪਰ ਫਾਈਲ ਪੂਰੀ ਤੋਂ ਤਿਆਰ ਕਰ ਲਈ ਗਈ, ਫਾਈਲ ਬਣਾ ਕੇ ਗਵਰਨਰ ਨੂੰ ਭੇਜੀ ਗਈ। ਗਵਰਨਰ ਸਾਹਿਬ ਨੇ ਕੁਝ ਆਬਜੈਕਸ਼ਨ ਜਿਹੜੇ ਉਹਦੇ ਉੱਤੇ ਲਾਏ ਤੇ ਫਾਈਲ ਵਾਪਸ ਆ ਗਈ। ਹਾਲਾਂਕਿ ਉਸ ਵਕਤ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦਾ ਇਹ ਮਨੋਰਥ ਸੀ ਕਿ ਇਸ ਨੂੰ ਰਾਜਨੀਤਿਕ ਲਾਹਾ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਲਿਆ ਜਾ ਸਕੇ, ਪਰ ਉਹਦੇ ਵਿੱਚ ਜਿਹੜਾ ਕੁਝ ਕੇਸ ਉਮਾ ਦੇ ਵੀ ਬਨਾਮ ਜਿਹੜਾ ਸੁਪਰੀਮ ਕੋਰਟ ਵਰਸਸ ਕੇਸ ਸੀ ਕਰਨਾਟਕਾ ਦਾ, ਉਸ ਕੇਸ ਦਾ ਹਵਾਲਾ ਦੇ ਕੇ ਜਿਹੜੀ ਗਵਰਨਰ ਸਾਹਿਬ ਵੱਲੋਂ ਜਿਹੜੀ ਫਾਈਲ ਸੀ ਉਹ ਡੱਕੀ ਗਈ। ਪਰ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਅਖੀਰਲੇ ਸਮੇਂ ਤੱਕ ਵੀ ਇਹ ਯਤਨ ਕੀਤਾ, ਜੋ ਉਹਨਾਂ ਦੇ ਕਹਿਣ ਅਨੁਸਾਰ ਕਿ ਅਸੀਂ ਬਹੁਤ ਯਤਨ ਕੀਤਾ। ਮੁੱਖ ਸਕੱਤਰ ਵੀ ਜਾ ਕੇ ਰਾਜਪਾਲ ਸਾਹਿਬ ਕੋ ਗਏ ਤੇ ਰਾਜਪਾਲ ਸਾਹਿਬ ਨੂੰ ਸੈਟੀਸਫਾਈ ਕਰਾਉਣ ਦਾ ਯਤਨ ਕੀਤਾ, ਪਰ ਰਾਜਪਾਲ ਸਾਹਿਬ ਸੈਟੀਸਫਾਈ ਨਹੀਂ ਹੋਏ ਤੇ ਆਬਜੈਕਸ਼ਨ ਉਹਨਾਂ ਨੇ ਲਾਤਾ। ਕਾਂਗਰਸ ਪਾਰਟੀ ਇਹ ਕਹਿੰਦੀ ਰਹੀ ਕਿ ਬਦਲਾ ਲਓ ਨੀਤੀ ਦੇ ਤਹਿਤ ਰਾਜਪਾਲ ਸਾਹਿਬ ਨੇ ਫਾਈਲ ਡੱਕੀ। ਖੈਰ ਇਹ ਬੀਤੇ ਦੌਰ ਦੀਆਂ ਗੱਲਾਂ ਨੇ। ਹੁਣ ਭਗਵੰਤ ਮਾਨ ਸਰਕਾਰ ਨੇ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪਹਿਲਾਂ ਜਦੋਂ ਬਜਟ ਸੈਸ਼ਨ ਆਏਗਾ, ਪਹਿਲੇ ਸੈਸ਼ਨ ਵਿੱਚ ਇਹਦੇ ਉੱਤੇ ਜਿਹੜੀ ਮੋਹਰ ਆ ਉਹ ਲੱਗ ਜਾਏਗੀ, ਤਾਂ ਫਾਈਲ ਜਿਹੜੀ ਆ ਉਹ ਬਣਾ ਕੇ ਗਵਰਨਰ ਸਾਹਿਬ ਨੂੰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਭੇਜੀ ਜਾਏਗੀ, ਜਿਹੜੇ 10 ਸਾਲ ਤੋਂ ਵੱਧ ਸਮੇਂ ਤੋਂ ਲੋਕ ਜਿਹੜੇ ਕੰਮ ਕਰਦੇ ਪਏ ਨੇ। ਸੋ ਇਸ ਬਜਟ ਸੈਸ਼ਨ ਜਿਹੜਾ ਇੱਕ ਤੇ ਇਹ ਗੱਲ, ਇਹ ਦੂਜੀ ਜਿਹੜਾ ਇੱਕ ਪੈਨਸ਼ਨ ਵਿਧਾਇਕ ਤੇ ਜਿਹੜੀ ਪੈਨਸ਼ਨ ਡੱਕਰ ਦਾ ਮੁੱਦਾ ਸੀ, ਉਹਦੇ ਸੰਬੰਧੀ ਵੀ ਜਿਹੜਾ ਬਿੱਲ ਆ ਵਿਧਾਨ ਸਭਾ ਦੇ ਵਿੱਚ ਅੱਜ ਪੇਸ਼ ਕੀਤਾ ਨਹੀਂ ਮਤਲਬ ਪਾਸ ਹੋ ਰਿਹਾ ਇਸ ਅਜਲਾਸ ਦੇ ਦੌਰਾਨ। ਇਹ ਬਾਕੀ ਸੁਖਵਿੰਦਰ ਜੀ ਇਹ ਜਿਹੜਾ ਬਜਟ ਸੈਸ਼ਨ ਹੋਏਗਾ ਬੜਾ ਹੰਗਾਮਿਆਂ ਭਰਪੂਰ ਹੋਣ ਵਾਲਾ ਲੱਗਦਾ। ਹੰਗਾਮਿਆਂ ਭਰਪੂਰ ਇਸ ਕਰਕੇ ਕਿਉਂਕਿ ਇਸ ਵੇਲੇ ਵਿਰੋਧੀ ਧਿਰ ਕੋਲ ਸਿਰਫ ਤੇ ਸਿਰਫ ਇੱਕੋ ਹੀ ਮੁੱਦਾ ਆ, ਅਮਨ ਤੇ ਕਾਨੂੰਨ ਦੀ ਸਥਿਤੀ ਦਾ। ਤੇ ਅਮਨ ਦੀ ਕਾਨੂੰਨ ਦੀ ਸਥਿਤੀ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਜ਼ਰੂਰ ਗੱਲਾਂ ਜਿਹੜੀਆਂ ਉੱਠਣਗੀਆਂ, ਪਰ ਦੂਜੇ ਪਾਸੇ ਜਿਸ ਤਰੀਕੇ ਦੀਆਂ ਕਾਰਵਾਈਆਂ ਭਗਵੰਤ ਮਾਨ ਦੀ ਸਰਕਾਰ ਕਾਂਗਰਸ ਦੇ ਇਹਨਾਂ ਸਾਬਕਾ ਮੰਤਰੀਆਂ ਵਿਰੁੱਧ ਕਰ ਰਹੀ ਆ, ਮੇਰਾ ਨਹੀਂ ਖਿਆਲ ਕਿ ਇਹ ਵਿਚਾਰੇ ਜਿਹੜੇ ਵਿਧਾਇਕ ਨੇ ਜਿਹੜੇ ਵਿਧਾਨ ਸਭਾ ਸੈਸ਼ਨ 'ਚ ਪਹੁੰਚਣਗੇ ਇਹ ਕੋਈ ਇਹੋ ਜਿਹਾ ਰੌਲਾ ਰੱਪਾ ਪਾਉਣ, ਕਿਉਂਕਿ ਉਧਰ ਦੂਜੇ ਬੰਨੇ ਭਗਵੰਤ ਮਾਨ ਦਾ ਵੀ ਪੂਰਨ ਤੌਰ ਤੇ ਜਿਹੜੀ ਤਿਆਰੀ ਹੋਏਗੀ ਕਿ ਇਹਨਾਂ ਨੂੰ ਘੇਰਨਾ ਕਿਹੜੇ ਮੁੱਦੇ ਤੇ ਆ ਤੇ ਕਿਸ ਤਰੀਕੇ ਇਹਨਾਂ ਨੂੰ ਚੁੱਪ ਕਰਨਾ। ਖੈਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਆਉਂਦੇ ਦਿਨਾਂ 'ਚ ਸਪਸ਼ਟ ਹੋ ਜਾਣਗੀਆਂ। 12:30 ਵਜੇ ਕੈਬਨਿਟ ਦੀ ਮੀਟਿੰਗ ਆ, ਉਹਦੇ ਵਿੱਚ ਇਹਨਾਂ ਮੁੱਦਿਆਂ ਦੇ ਸੰਬੰਧੀ ਅੱਜ ਜਿਹੜਾ ਅਸੀਂ ਗੱਲ ਕੀਤੀ ਇਹਨਾਂ ਸੰਬੰਧੀ ਵਿਚਾਰ ਵਟਾਂਦਰਾ ਹੋਏਗਾ ਤਾਂ ਫਿਰ ਬਜਟ ਸੈਸ਼ਨ ਦੀ ਜਿਹੜੀ ਸ਼ੁਰੂਆਤ ਹੋਵੇਗੀ। ਜੀ ਰਾਣਸੀ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।